लखोवाल साहब किस तरह देखा जाए की रवैया से अज सियासी आगुआं ने मुलाकात की है तुहाडे नाल की गलबात तो लगता सी कि सपोर्ट करनगे किसानां दे मोर्चे नूं। ਅਸੀਂ ਪਿਛਲੇ ਦਿਨਾਂ ਤੋਂ ਹੀ ਇਹਨਾਂ ਨੂੰ ਕਹਿ ਰਹੇ ਹਾਂ ਵੀ ਜਿਹੜਾ ਸਾਡਾ ਮੋਰਚਾ ਚੱਲ ਰਿਹਾ ਵੀ ਇਲੈਕਸ਼ਨ 'ਚ ਬੜਾ ਸਮਾਂ ਇਲੈਕਸ਼ਨਾਂ ਦਾ ਆਪਾਂ 70 75 ਸਾਲ ਤੋਂ ਲੜਦੇ ਹੀ ਆ ਰਹੇ ਹਾਂ। ਜਿਹੜੇ ਮੋਰਚਾ ਇਹ ਤਾਂ ਇਹੋ ਜਿਹਾ ਮੋਰਚਾ ਨਾ ਲੱਗਿਆ ਨਾ ਜੇ ਫੇਲ ਹੋ ਗਿਆ ਨਾ ਲੱਗਣਾ। ਸਾਰੀਆਂ ਪਾਰਟੀਆਂ ਜਿੰਨੀਆਂ ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਜਾਂ ਜਿੰਨੀਆਂ ਇਲੈਕਸ਼ਨ ਲੜਦੀਆਂ ਕਹਿ ਲਓ ਨਿੱਕੀ ਤੋਂ ਪਾਰਟੀ ਤੋਂ ਲੈ ਕੇ ਵੱਡੀ ਪਾਰਟੀ ਤੱਕ ਨੂੰ ਅਸੀਂ ਸੱਦਾ ਦਿੱਤਾ ਗਿਆ। ਉਹਦੇ 'ਚ ਜਿਹੜੀ ਅਕਾਲੀ ਤੇ ਕਾਂਗਰਸ ਪਾਰਟੀ ਸੀ ਉਹਨਾਂ ਨੇ ਕਿਹਾ ਵੀ ਸਾਡਾ ਇਹ ਅਧਿਕਾਰ ਆ ਇਲੈਕਸ਼ਨ ਲੜਨਾ। ਉਹਨਾਂ ਨੇ ਕਿਹਾ ਵੀ ਅਸੀਂ ਆਪਦੇ ਜਿਹੜੀਆਂ ਨੇ ਆਗੂ ਨੇ ਉਹਨਾਂ ਨਾਲ ਗੱਲ ਕਰਾਂਗੇ। ਦੂਸਰਾ ਉਹਨਾਂ ਨੇ ਕਿਹਾ ਵੀ ਅਸੀਂ ਮੋਰਚੇ ਦੇ ਨਾਲ ਆ, ਕਿਤੇ ਵੀ ਸਾਨੂੰ ਲੈ ਕੇ ਜਾਣਾ ਅਸੀਂ ਆਪ ਜਾਣ ਲਈ ਤਿਆਰ ਆ। ਜਿਵੇਂ ਕਾਂਗਰਸ ਵਾਲੇ ਸਿੱਧੂ ਸਾਹਿਬ ਨੇ ਵੀ ਕਿਹਾ, ਅਕਾਲੀ ਦਲ ਨੇ ਵੀ ਕਿਹਾ ਜਿੰਨੇ ਬੰਦਿਆਂ ਦੀ ਲੋੜ ਆ ਸਾਡੀ ਡਿਊਟੀ ਲਾ ਦਿਓ। ਤੇ ਫਿਰ ਅਸੀਂ ਜਿਹੜਾ ਇਹ ਫੈਸਲਾ ਸਮੁੱਚੇ ਤੌਰ ਤੇ ਲਿਆ ਗਿਆ ਵੀ ਜਿੰਨਾ ਚਿਰ ਇਲੈਕਸ਼ਨ ਅਨਾਉਂਸ ਨਹੀਂ ਹੁੰਦੀ ਉਹਨਾਂ ਚਿਰ ਇਹ ਰੈਲੀਆਂ ਦੇ ਪੂਰਨ ਪਾਬੰਦੀ ਆ। तक तो यो ही कहते हैं कि किसानों के पुत फिर सुर क्यों बदले जे नज़र आ रहे हैं। इन्नी नवजोत सिद्धू इत्थे आई सी, इन्नी पावर तो प्रधान के कोले हुंदी है ना कि प्रधान फैसला ले सकता आपके हिसाब नाल। जां अकाली दल वालों भी सुखबीर बादल होना ने भेजा सीगा अपने नुमाइंदे बना के इन्नी पावर तो दे के तुरिया होना भी डिसीजन ले लो जिद्दां मोर्चा कहूगा उदां कर लो। नहीं उन्होंने सानू कहा सी भी 27 तक बंद आ, अकाली दल ने भी 27 तक असीं बंद कर दिंदे आ भी उस तो बाद सानू इजाजत दित्ती जावे। हुण ये फैसला संयुक्त मोर्चे का 37 जथेबंदियां दा होया भी जिन्ना चिर इलैक्शन डिकलेयर नहीं हुंदी उन्ना चिर तक बंद ने। ये समुच्चा जिहड़ा अज फैसला लिया गया ते इसलिए असीं ये कहा भी जिहड़ा चोण मनोरथ पत्र आ वो भी एक लीगल डॉकूमेंट होना चाहिए। जिताई किसी ने फिर किसी किहड़ी पार्टी सारियां पार्टियां ने कहा भी लीगल डॉकूमेंट होना चाहिए। असीं कहा एक उहदा रोड मैप भी होना चाहिए। पंजाब दीआं तमाम पार्टियां दे ਵੱਡੇ सियासी आगू पहुंचे सी अज किसानां दे नाल गलबात करन वास्ते। किसानां ने सवाल भी कीते ने उन्हां नूं ते किसानां दे नाल विचार वटांदरा भी उन्हां ने कीता है। गलबात करांगे किसान आगू हरिंदर सिंह लखोवाल होना दे नाल क्योंकि इन्हां ने साफ तौर ते सारियां 32 जथेबंदियां ने फैसला लिया कि पंजाब दे विच सियासी रैलियां ते ब्रेक लगनी चाहिदी है जदों तक इलैक्शन कमीशन इलैक्शन दी डेट नहीं अनाउंस करन दा। लखोवाल साहब किस तरह देखा जाए की रवैया से अज सियासी आगुआं ने मुलाकात की है तुहाडे नाल की गलबात तो लगता सी कि सपोर्ट करनगे किसानां दे मोर्चे नूं। ਅਸੀਂ ਪਿਛਲੇ ਦਿਨਾਂ ਤੋਂ ਹੀ ਇਹਨਾਂ ਨੂੰ ਕਹਿ ਰਹੇ ਹਾਂ ਵੀ ਜਿਹੜਾ ਸਾਡਾ ਮੋਰਚਾ ਚੱਲ ਰਿਹਾ ਵੀ ਇਲੈਕਸ਼ਨ 'ਚ ਬੜਾ ਸਮਾਂ ਇਲੈਕਸ਼ਨਾਂ ਦਾ ਆਪਾਂ 70 75 ਸਾਲ ਤੋਂ ਲੜਦੇ ਹੀ ਆ ਰਹੇ ਹਾਂ। ਜਿਹੜੇ ਮੋਰਚਾ ਇਹ ਤਾਂ ਇਹੋ ਜਿਹਾ ਮੋਰਚਾ ਨਾ ਲੱਗਿਆ ਨਾ ਜੇ ਫੇਲ ਹੋ ਗਿਆ ਨਾ ਲੱਗਣਾ। ਵੀ ਆਪਾਂ ਮੋਰਚੇ ਵੱਲ ਧਿਆਨ ਦਈਏ, ਮੋਰਚੇ ਨੂੰ ਆਪਾਂ ਤਕੜਾ ਕਰੀਏ, ਫਿਰ ਆਪਾਂ ਇਲੈਕਸ਼ਨ ਕੰਪੇਨ ਸ਼ੁਰੂ ਕਰੀਏ। ਉਹਦੇ ਤੇ ਇਹਨਾਂ ਨੇ ਕੰਪੇਨ ਸ਼ੁਰੂ ਕਰ ਦਿੱਤੀ ਸੀ। ਉਹਦੇ ਤੇ ਪਿੰਡਾਂ 'ਚ ਲੜਾਈਆਂ, ਪਿੰਡਾਂ 'ਚ ਧੜੇਬੰਦੀਆਂ, ਸਾਡਾ ਸਮਾਜਿਕ ਜਿਹੜੀਆਂ ਇਹੋ ਜਿਹੀਆਂ ਲੜਾਈਆਂ ਹੋਈਆਂ ਤੇ ਉਹਦੇ ਕਰਕੇ ਫਿਰ ਇਹਨਾਂ ਨੂੰ ਅਕਾਲੀ ਦਲ ਨੂੰ ਅਸੀਂ ਕਿਹਾ ਵੀ ਇਹਨਾਂ ਨੂੰ ਤੁਸੀਂ ਸਾਨੂੰ ਉਹਨਾਂ ਨੇ ਚਿੱਠੀ ਵੀ ਲਿਖੀ ਵੀ ਅਸੀਂ ਮੀਟਿੰਗ ਕਰਨੀ ਚਾਹੁੰਦੇ ਹਾਂ, ਅਸੀਂ ਤੁਹਾਡੇ ਗੱਲਾਂ ਦੇ ਜਵਾਬ ਦੇਣਾ ਚਾਹੁੰਦੇ ਹਾਂ। ਚਲੋ ਉਹਨਾਂ ਨੇ ਰੈਲੀਆਂ ਕੁਝ ਦਿਨ ਲਈ ਸਾਡੇ ਲਈ 10-11 ਤਰੀਕ ਤੱਕ ਬੰਦ ਵੀ ਕੀਤੀਆਂ। ਉਹਦੇ ਲਈ ਫਿਰ ਅਸੀਂ ਸਾਰੀਆਂ ਕਿ ਵੀ ਇੱਕ ਪਾਰਟੀ ਨੂੰ ਕਿਉਂ ਸੱਦਿਆ ਜਾਵੇ, ਸਾਰੀਆਂ ਪਾਰਟੀਆਂ ਜਿੰਨੀਆਂ ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਜਾਂ ਜਿੰਨੀਆਂ ਇਲੈਕਸ਼ਨ ਲੜਦੀਆਂ ਕਹਿ ਲਓ ਨਿੱਕੀ ਤੋਂ ਪਾਰਟੀ ਤੋਂ ਲੈ ਕੇ ਵੱਡੀ ਪਾਰਟੀ ਤੱਕ ਨੂੰ ਅਸੀਂ ਸੱਦਾ ਦਿੱਤਾ ਗਿਆ। ਸੱਦਾ ਦੇ ਕੇ ਅਸੀਂ ਸਾਰਿਆਂ ਨੂੰ ਇੱਥੇ ਟਾਈਮ ਦਿੱਤਾ ਗਿਆ। ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਉਹਨਾਂ ਦੀਆਂ ਗੱਲਾਂ ਅਸੀਂ ਸੁਣੀਆਂ ਗਈਆਂ। ਉਹਦੇ 'ਚ ਜਿਹੜੀ ਅਕਾਲੀ ਤੇ ਕਾਂਗਰਸ ਪਾਰਟੀ ਸੀ ਉਹਨਾਂ ਨੇ ਕਿਹਾ ਵੀ ਸਾਡਾ ਇਹ ਅਧਿਕਾਰ ਆ ਇਲੈਕਸ਼ਨ ਲੜਨਾ। ਅਸੀਂ ਕਿਹਾ ਅਧਿਕਾਰ ਹੈਗਾ, ਅਸੀਂ ਕਿਹੜਾ ਅਧਿਕਾਰ ਤੁਹਾਡਾ ਖੋਹਨੇ ਆ ਕੋਈ, ਤੇ ਸਾਡਾ ਪ੍ਰੋਗਰਾਮ 'ਚ ਅਸੀਂ ਲੋਕਾਂ ਕੋਲ ਜਾਣਾ। ਅਸੀਂ ਕਿਹਾ ਵੀ ਕਦੇ ਇੰਨਾ ਚਿਰ ਪਹਿਲਾਂ ਕੋਈ ਬੰਦਾ ਨਹੀਂ ਗਿਆ, ਤੁਸੀਂ ਜਿੱਦਣ ਇਲੈਕਸ਼ਨ ਅਨਾਉਂਸ ਹੋਊਗੀ ਉਦੋਂ ਚਲੇ ਜਾਇਓ। ਤੇ ਪਰ ਉਹਨਾਂ ਨੇ ਕਿਹਾ ਵੀ ਅਸੀਂ ਆਪਦੇ ਜਿਹੜੀਆਂ ਨੇ ਆਗੂ ਨੇ ਉਹਨਾਂ ਨਾਲ ਗੱਲ ਕਰਾਂਗੇ। ਦੂਸਰਾ ਉਹਨਾਂ ਨੇ ਕਿਹਾ ਵੀ ਅਸੀਂ ਮੋਰਚੇ ਦੇ ਨਾਲ ਆ, ਕਿਤੇ ਵੀ ਸਾਨੂੰ ਲੈ ਕੇ ਜਾਣਾ ਅਸੀਂ ਆਪ ਜਾਣ ਲਈ ਤਿਆਰ ਆ। ਜਿਵੇਂ ਕਾਂਗਰਸ ਵਾਲੇ ਸਿੱਧੂ ਸਾਹਿਬ ਨੇ ਵੀ ਕਿਹਾ, ਅਕਾਲੀ ਦਲ ਨੇ ਵੀ ਕਿਹਾ ਜਿੰਨੇ ਬੰਦਿਆਂ ਦੀ ਲੋੜ ਆ ਸਾਡੀ ਡਿਊਟੀ ਲਾ ਦਿਓ। ਉਹ ਅਸੀਂ ਪੱਕੇ ਤੌਰ ਤੇ ਉੱਥੇ ਬਹਿ ਜਾਂਦੇ ਹਾਂ। ਆਗੂ ਅਸੀਂ ਨਹੀਂ ਵੀ ਜਾਣਗੇ, ਜੇ ਜਾਣਗੇ ਅਸੀਂ ਬੰਦੇ ਭੇਜ ਦਿੰਦੇ ਹਾਂ, ਜਥਿਆਂ 'ਚ ਭੇਜ ਦਿੰਦੇ ਹਾਂ। ਲੰਗਰ ਅਸੀਂ ਦੀ ਸੇਵਾ ਕਰ ਰਹੇ ਹਾਂ, ਕਰਨਾਲ ਵੀ ਕਰ ਰਹੇ ਹਾਂ। ਤੇ ਫਿਰ ਅਸੀਂ ਜਿਹੜਾ ਇਹ ਫੈਸਲਾ ਸਮੁੱਚੇ ਤੌਰ ਤੇ ਲਿਆ ਗਿਆ ਵੀ ਜਿੰਨਾ ਚਿਰ ਇਲੈਕਸ਼ਨ ਅਨਾਉਂਸ ਨਹੀਂ ਹੁੰਦੀ ਉਹਨਾਂ ਚਿਰ ਇਹ ਰੈਲੀਆਂ ਦੇ ਪੂਰਨ ਪਾਬੰਦੀ ਆ। ਸਮਾਜਿਕ ਫੰਕਸ਼ਨ ਆ, ਕੋਈ ਭੋਗ ਆ, ਕੋਈ ਵਿਆਹ ਜਾਂ ਕਿਸੇ ਦੇ ਕੋਈ ਘਰੇ ਜਾਂਦਾ, ਉਹਦੀ ਵਿਰੋਧਤਾ ਅਸੀਂ ਕਿਸਾਨ ਵੀਰਾਂ ਜਾਂ ਆਮ ਬੰਦਿਆਂ ਨੂੰ ਕਹਿੰਦੇ ਉਹ ਨਹੀਂ ਕਰਨੀ। ਉਹਦੇ ਤੇ ਉਹ ਜਾ ਸਕਦਾ, ਉਹਦੇ ਤੇ ਆਪਾਂ ਕੋਈ ਨਾਰੇ ਨਹੀਂ ਮਾਰਨੇ। ਵੱਡੀਆਂ ਰੈਲੀਆਂ ਤੇ ਭਾਵੇਂ ਕਾਂਗਰਸ ਦੀ ਆ, ਭਾਵੇਂ ਅਕਾਲੀਆਂ ਦੀ ਆ, ਭਾਵੇਂ ਆਪ ਦੀ ਆ ਜਾਂ ਕਿਸੇ ਹੋਰ ਪਾਰਟੀ ਆ, ਉਹਨਾਂ ਤੇ ਪੂਰਨ ਤੌਰ ਤੇ ਪਾਬੰਦੀ ਆ।
ਤੱਕ ਤਾਂ ਇਹੋ ਹੀ ਕਹਿੰਦੇ ਆ ਕਿ ਅਸੀਂ ਕਿਸਾਨਾਂ ਦੇ ਪੁੱਤ ਆ, ਫਿਰ ਸੁਰ ਕਿਉਂ ਬਦਲੇ ਜੇ ਨਜ਼ਰ ਆ ਰਹੇ ਆ? ਇੰਨੇ ਨਵਜੋਤ ਸਿੱਧੂ ਇੱਥੇ ਆਈ ਸੀ, ਇੰਨੀ ਪਾਵਰ ਤਾਂ ਪ੍ਰਧਾਨ ਦੇ ਕੋਲੇ ਹੁੰਦੀ ਹੈ ਨਾ ਕਿ ਪ੍ਰਧਾਨ ਫੈਸਲਾ ਲੈ ਸਕਦਾ ਆਪਦੇ ਹਿਸਾਬ ਨਾਲ, ਜਾਂ ਅਕਾਲੀ ਦਲ ਵੱਲੋਂ ਵੀ ਸੁਖਬੀਰ ਬਾਦਲ ਹੋਣਾ ਨੇ ਭੇਜਿਆ ਸੀਗਾ ਆਪਣੇ ਨੁਮਾਇੰਦੇ ਬਣਾ ਕੇ, ਇੰਨੀ ਪਾਵਰ ਤਾਂ ਦੇ ਕੇ ਤੋਰਿਆ ਹੋਣਾ ਵੀ ਡਿਸੀਜਨ ਲੈ ਲਿਓ, ਜਿੱਦਾਂ ਮੋਰਚਾ ਕਹੂਗਾ ਉਦਾਂ ਕਰ ਲਿਓ। ਨਹੀਂ, ਉਹਨਾਂ ਨੇ ਸਾਨੂੰ ਕਿਹਾ ਸੀ ਵੀ 27 ਤੱਕ ਬੰਦ ਆ, ਅਕਾਲੀ ਦਲ ਨੇ ਵੀ 27 ਤੱਕ ਅਸੀਂ ਬੰਦ ਕਰ ਦਿੰਦੇ ਆ, ਵੀ ਉਦੋਂ ਬਾਅਦ ਸਾਨੂੰ ਇਜਾਜ਼ਤ ਦਿੱਤੀ ਜਾਵੇ। ਤੇ ਜੇ ਅਸੀਂ ਤਾਂ ਇਹੀ ਕਿਹਾ ਸੀ, ਉਹਨਾਂ ਦੀ ਰਾਏ ਲਈ ਸੀ। ਹੁਣ ਇਹ ਫੈਸਲਾ ਸੰਯੁਕਤ ਮੋਰਚੇ ਦਾ ਸਪੱਤੀ ਜਥੇਬੰਦੀਆਂ ਦਾ ਹੋਇਆ ਵੀ ਜਿੰਨਾ ਚਿਰ ਇਲੈਕਸ਼ਨ ਡਿਕਲੇਅਰ ਨਹੀਂ ਹੁੰਦੀ ਉਹਨਾਂ ਚਿਰ ਤੱਕ ਬੰਦ ਨੇ। ਇਹ ਸਮੁੱਚਾ ਜਿਹੜਾ ਅੱਜ ਫੈਸਲਾ ਲਿਆ ਗਿਆ। ਦੂਜਾ, ਮੈਨੀਫੈਸਟੋ ਤੇ ਵੀ ਗੱਲ ਕੀਤੀ ਗਈ। ਜਿਹੜਾ ਚੋਣ ਮਨੋਰਥ ਪੱਤਰ ਬਣਾ ਲੈਂਦੇ ਆ, ਵੱਡੀਆਂ ਲੋਕਾਂ ਨਾਲ ਗੱਲਾਂ, ਵੱਡੇ ਵਾਅਦੇ ਕਰਦੇ ਆ। ਪੰਜਾਬ ਦੀ ਸਥਿਤੀ ਤਾਂ ਦੇਖਣ, 20,000 ਕਰੋੜ ਰੁਪਈਆ ਤਾਂ ਅਸੀਂ ਉਹਦਾ ਵਿਆਜ ਦਿੰਨੇ ਆ, ਤੇ 3 ਰੁਪਈਏ ਤੁਸੀਂ ਬਿਜਲੀ ਖਰੀਦ ਕੇ 9-10 ਰੁਪਈਏ ਤੁਸੀਂ ਸਾਨੂੰ ਬਿਜਲੀ ਦਿੰਨੇ ਹੋ। ਤੇ ਇਸ ਲਈ ਅਸੀਂ ਇਹ ਕਿਹਾ ਵੀ ਜਿਹੜਾ ਚੋਣ ਮਨੋਰਥ ਪੱਤਰ ਆ ਉਹ ਵੀ ਇੱਕ ਲੀਗਲ ਡਾਕੂਮੈਂਟ ਹੋਣਾ ਚਾਹੀਦਾ। ਉਹਦਾ ਇੱਕ ਸਹਿਮਤੀ ਜਤਾਈ ਕਿਸੇ ਨੇ, ਫਿਰ ਕਿਸੇ ਕਿਹੜੀ ਪਾਰਟੀ? ਸਾਰੀਆਂ ਪਾਰਟੀਆਂ ਨੇ ਕਿਹਾ ਵੀ ਲੀਗਲ ਡਾਕੂਮੈਂਟ ਹੋਣਾ ਚਾਹੀਦਾ। ਅਸੀਂ ਕਿਹਾ ਇੱਕ ਉਹਦਾ ਰੋਡ ਮੈਪ ਵੀ ਹੋਣਾ ਚਾਹੀਦਾ, ਵੀ ਤੁਹਾਡੇ ਕੋਲ ਪੈਸੇ ਕਿੱਥੋਂ ਆਉਣਗੇ, ਇਹ ਕਦੋਂ ਦਵੋਗੇ। ਤੀਸਰਾ, ਇਹਦਾ ਟਾਈਮ ਲਿਮਟ ਵੀ ਹੋਣੀ ਚਾਹੀਦੀ ਹੈ। ਇਹਨੇ ਵੀ 4.5 ਸਾਲ ਬਾਅਦ ਤੁਸੀਂ ਕਹਿ ਦਿਓ ਜੀ ਵੀ ਹੁਣ ਅਸੀਂ ਇਹਨੂੰ ਚੋਣ ਮਨੋਰਥ ਪੱਤਰ ਸਾਡਾ ਅਸੀਂ ਲਾਗੂ ਕਰਨ ਲੱਗੇ ਆ। ਜਿਵੇਂ ਆ ਪੁਰਾਣੀ ਪਾਰਟੀ ਕਹਿ ਰਹੀ ਆ 90,000 ਕਰੋੜ ਸਾਡਾ ਕਰਜ਼ਾ ਮਾਫੀ ਦਾ ਵਾਅਦਾ ਸੀ, ਥੋੜੇ ਜਿਹੇ 1,000 ਕਰੋੜ ਰੁਪਈਆ ਇਹਨਾਂ ਨੇ 5-4 ਹਜ਼ਾਰ ਕਰਕੇ ਮਾਫੀ ਕਰਕੇ ਹੁਣ ਸਾਡੇ ਕੋਲ ਫਾਇਦਾ ਹੈ ਨਹੀਂ, ਅਸੀਂ ਕਰਨ ਲੱਗੇ ਹੋਏ ਆ। ਇਸ ਤਰ੍ਹਾਂ ਮੁੱਕਰ ਜਾਂਦੇ ਆ ਤੇ ਵੋਟਾਂ ਸਾਡੇ ਤੋਂ ਲੈ ਲੈਂਦੇ ਆ। ਜਿਵੇਂ ਭਾਜਪਾ ਨੇ ਵੀ ਸਵਾਮੀਨਾਥਨ ਦੀ ਕਹਿ ਕੇ ਸਾਡੇ ਤੋਂ ਮੁੜ ਕੇ ਉਹ ਮੁੱਕਰ ਗਈ। ਲੀਗਲ ਡਾਕੂਮੈਂਟ ਹੋਵੇ, ਉਹਦਾ ਰੋਡ ਮੈਪ ਹੋਵੇ, ਉਹਦਾ ਟਾਈਮ ਲਿਮਟ ਹੋਵੇ। ਇਹ ਅਸੀਂ ਗੱਲਾਂ ਇਹਨਾਂ ਨੂੰ ਕਹੀਆਂ। ਇਹਦੇ ਨਾਲ ਸਾਰੀਆਂ ਪਾਰਟੀਆਂ ਤਕਰੀਬਨ ਸਾਰੀਆਂ ਹੀ ਸਹਿਮਤ ਸੀ ਇਹਦੇ ਨਾਲ ਵੀ ਇਹ ਹੋਣਾ ਚਾਹੀਦਾ, ਵੀ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਪਾਰਟੀਆਂ ਦੇ ਆਗੂ ਹੁਣ ਪਿੰਡਾਂ ਦੇ ਵਿੱਚ ਵੜਦੇ ਆ, ਕਿਉਂਕਿ ਜਿੱਦਾਂ ਕਹਿ ਕੇ ਗਏ ਕਿ ਜੀ ਅਕਾਲੀ ਦਲ ਦੇ ਆਗੂ ਵੀ ਤੁਸੀਂ ਦੱਸਿਆ ਕਹਿ ਕੇ ਗਏ ਨੇ ਕਿ ਇਲੈਕਸ਼ਨ ਲੜਨਾ ਸਾਡਾ ਅਧਿਕਾਰ ਆ। ਠੀਕ ਆ, ਅਧਿਕਾਰ ਦੇ ਵਿੱਚ ਆ, ਪਰ ਤੁਸੀਂ ਕਹਿ ਰਹੇ ਹੋ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਡੇਟ ਅਨਾਉਂਸ ਕੀਤੀ ਜਾਂਦੀ ਹੈ ਤਾਂ ਉਦੋਂ ਨਿਕਲ ਜੋ ਪਿੰਡਾਂ ਦੇ ਵਿੱਚ। ਇੰਨੀ ਕਾਹਦੀ ਕਾਹਲੀ ਹੈ? ਬਲਬੀਰ ਸਿੰਘ ਰਾਜੇਵਾਲ ਹੁਣੀ ਵੀ ਉਹ ਗੱਲ ਕਹਿ ਰਹੀ ਸੀ, ਬਾਕੀ ਆਗੂ ਵੀ ਇਹ ਗੱਲ ਕਹਿ ਰਹੇ ਨੇ। ਇੰਨੀ ਕਾਹਲੀ ਕਾਹਦੀ ਹੈ? ਕਿਸ ਚੀਜ਼ ਦੀ ਕਾਹਲੀ ਲੱਗ ਰਹੀ ਹੈ? ਇਹ ਪਤਾ ਨਹੀਂ ਇੱਕ ਦੂਜੇ ਤੋਂ ਦੌੜ ਕਿਵੇਂ ਮੂਹਰੀ ਹੋ ਗਈ ਆ ਕਿ ਉਹ ਪੈਸੇ ਹੀ ਬਰਬਾਦ ਕਰ ਰਹੇ ਆ। ਇਹ ਤਾਂ ਇਹਨਾਂ ਦਾ ਹੀ ਫਾਇਦਾ ਕਰ ਰਹੇ ਆ। ਅਸੀਂ ਰੋਜ਼ ਜਿਹੜੀਆਂ ਰੈਲੀਆਂ ਤੇ ਨੇ ਬੰਦੇ ਲਿਜਾਣੇ ਐਡੇ ਲੱਖਾਂ ਕਰੋੜਾਂ ਰੁਪਈਆ ਉੱਥੇ ਖਰਚ ਕੇ ਰੈਲੀਆਂ ਕਰਦੇ ਆ। ਅਸੀਂ ਤਾਂ ਇਹਨਾਂ ਦਾ ਫਾਇਦਾ ਕਰਦੇ ਆ ਤੇ ਅੰਦੋਲਨ ਦਾ ਇਹਦੇ ਚ ਨੁਕਸਾਨ ਹੋ ਰਿਹਾ, ਵੀ ਲੋਕਾਂ ਦਾ ਜਿਹੜਾ ਧਿਆਨ ਆ ਉਧਰ ਭਟਕ ਰਿਹਾ। ਤੇ ਅਸੀਂ ਇਹਨਾਂ ਨੂੰ ਇਹੀ ਬੇਨਤੀ ਕੀਤੀ ਹੈ। ਬਾਕੀ ਹੁਣ ਇਹ ਆਪਦੀ ਸਾਡੀ ਪ੍ਰੈਸ ਕਾਨਫਰੰਸ ਤੋਂ ਬਾਅਦ, ਕਿਉਂਕਿ ਫੈਸਲਾ ਪ੍ਰੈਸ ਕਾਨਫਰੰਸ 'ਚ ਅਸੀਂ ਦੇਣਾ ਸੀ, ਫੈਸਲਾ ਅਸੀਂ ਉਹਨਾਂ ਨੂੰ ਕੋਈ ਨਹੀਂ ਦਿੱਤਾ। ਅਸੀਂ ਸਿਰਫ ਉਹਨਾਂ ਦੀਆਂ ਗੱਲਾਂ ਹੀ ਸੁਣੀਆਂ ਨੇ, ਉਹ ਅਸੀਂ ਫੈਸਲਾ ਦੇ ਦਿੱਤਾ। ਬਾਕੀ ਹੁਣ ਮਰਜ਼ੀ ਇਹਨਾਂ ਦੀ ਆ ਵੀ ਇਹਨਾਂ ਨੇ ਲੋਕਾਂ ਨਾਲ ਰਹਿਣਾ ਜਾਂ ਇਹਨਾਂ ਨੇ ਆਪਦਾ ਚੋਣ ਪ੍ਰਚਾਰ ਕਰਨਾ। ਤੀਸਰੀ ਗੱਲ ਇਹ ਕਹਿੰਦੇ ਸੀ ਵੀ ਅਸੀਂ ਮੋਰਚੇ ਨੂੰ ਤਕੜਾ ਕਰਨ ਲਈ ਅਸੀਂ ਉੱਥੇ ਵੀ ਜਾਵਾਂਗੇ, ਜਿਹੜਾ ਕੁਝ ਸਾਨੂੰ ਹੁਕਮ ਲਾਓ ਅਸੀਂ ਸਾਰਾ ਕੁਝ ਕਰਨ ਨੂੰ ਤਿਆਰ ਹਾਂ। ਅਸੀਂ ਇਹਨਾਂ ਨੂੰ ਕਿਹਾ ਜਿੰਨੇ ਤੁਹਾਡੇ ਪ੍ਰਤੀਨਿਧੀ ਨੇ, ਜਿੰਨੇ ਤੁਹਾਡੇ ਐਮਐਲਏ ਨੇ, ਜਿੰਨੇ ਤੁਹਾਡੇ ਕੋਲ ਐਮਪੀ ਆ, ਤੁਸੀਂ ਬੈਠੋ ਦਿੱਲੀ ਜਾ ਕੇ, ਪ੍ਰਧਾਨ ਮੰਤਰੀ ਦੇ ਘਰ ਮੂਹਰੇ ਬੈਠੋ। ਤੁਹਾਨੂੰ ਰੈਲੀਆਂ ਕਰਨ ਦਾ ਹੀ ਸ਼ੌਂਕ ਆ। ਹਰੇਕ ਹਲਕੇ ਦੀ 117 ਹਲਕੇ, ਹਰੇਕ ਹਲਕੇ ਦੀ ਇੱਕ ਰੈਲੀ ਕਰ ਰਿਹਾ ਕਰੋ। ਲੋਕਾਂ ਨੂੰ ਉੱਥੇ ਸੱਦੋ, ਨਾਲੇ ਤਾਂ ਲੋਕ ਜਾਣਗੇ। 5-7-10 ਹਜ਼ਾਰ ਬੰਦਾ ਰੋਜ਼ ਸੱਦੋ ਉੱਥੇ ਹਰੇਕ ਹਲਕੇ ਦਾ, ਤੇ ਉੱਥੇ ਤੁਸੀਂ ਰੈਲੀ ਕਰ ਲਿਆ ਕਰੋ। ਉੱਥੇ ਅਸੀਂ ਕੋਈ ਰੋਕ ਨਹੀਂ ਲਾਉਂਦੇ। ਉੱਥੇ ਰੈਲੀਆਂ ਜਾ ਕੇ ਦਿੱਲੀ ਦੇ ਵਿੱਚ ਕਰ ਸਕਦੇ ਆ। ਮਤਲਬ ਦਿੱਲੀ 'ਚ ਜਾ ਕੇ 117 ਹਲਕੇ ਆ, ਦਿੱਲੀ ਸੱਦ ਲਿਆ ਕਰਨ ਸਾਰੇ ਹਲਕਿਆਂ ਦੇ ਬੰਦੇ, ਔਰ ਉੱਥੇ ਪ੍ਰਚਾਰ ਕਰ ਲਿਆ ਕਰਨ ਭਾਵੇਂ ਆਪਦਾ। ਹਾਂ, ਉਹਦੇ 'ਚ 50 ਦਿਨ 52 ਦਿਨ ਲੰਘ ਜਾਣਗੇ। ਜਦ ਨੂੰ ਸ਼ਾਇਦ 2 ਮਹੀਨੇ ਤੋਂ ਬਾਅਦ ਚੋਣ ਵਾਲਾ ਇਹਨਾਂ ਨੂੰ ਵੀ ਮਿਲ ਜਵੇ, ਫਿਰ ਇਹ ਪੰਜਾਬ 'ਚ ਚਾਹ ਲਾ ਲੈਣ। ਪਹਿਲਾਂ ਦਿੱਲੀ ਕਰ ਲੈਣ, ਇਹ 50-52 ਦਿਨ ਉੱਥੇ ਲਾ ਲੈਣ, ਫਿਰ ਉੱਥੇ ਆ ਲੈਣ। ਤੁਸੀਂ ਇੱਕ ਗੱਲ ਕਹੀ ਹੈ ਕਿ ਸਾਡੇ ਅੰਦੋਲਨ ਨੂੰ ਬਹੁਤ ਫਰਕ ਪੈਂਦਾ, ਕਿਸਾਨ ਅੰਦੋਲਨ ਨੂੰ ਫਰਕ ਪੈਂਦਾ, ਕਿ ਜੋ ਕਿਸਾਨ ਜਥੇਬੰਦੀਆਂ ਇਹਨਾਂ ਦਾ ਕੈਡਰ ਵੀ ਜਾਂਦਾ ਉੱਠ ਕੇ ਫਿਰ ਉਹਨਾਂ ਰੈਲੀਆਂ ਦੇ ਵਿੱਚ, ਉਹ ਵੀ ਪ੍ਰਭਾਵਿਤ ਹੁੰਦਾ। ਕੈਡਰ ਵੀ, ਤੁਹਾਡਾ ਕੈਡਰ ਵੀ ਜਾਂਦਾ? ਨਹੀਂ, ਕੈਡਰ ਤਾਂ ਸਾਡਾ ਪੱਕਾ ਉਹ ਨਹੀਂ ਜਾਂਦਾ। ਸਾਡਾ ਕੈਡਰ, ਜਿਹੜੇ ਸਾਡੇ ਨਾਮ ਕੇਡਰ ਦੇ ਨਾਲ ਲੋਕ ਜਾਂਦੇ ਆ, ਕਿਉਂਕਿ ਛੋਟਾ ਅੰਦੋਲਨ ਤਾਂ ਹੈ ਨਹੀਂ ਗਾ। ਇਹ ਥੋੜੇ ਬੰਦਿਆਂ ਦੀ ਲੋੜ ਨਹੀਂ। ਐਡੇ ਮੋਰਚੇ ਸਾਂਭੇ ਹੋਇਆ, ਐਡੀਆਂ ਸੜਕਾਂ ਦਿੱਲੀ ਦੀਆਂ ਅਸੀਂ ਰੋਕੀਆਂ ਹੋਈਆਂ ਨੇ, ਤੇ ਐਡੇ ਉੱਥੇ ਅਸੀਂ ਘਰ ਪੱਕੇ ਬਣਾਏ ਹੋਏ ਨੇ। ਜਿਹੜਾ ਕੇਡਰ ਦੇ ਨਾਲ ਬੰਦੇ ਜਾਂਦੇ ਆ, ਉਹ ਉਹਨਾਂ ਤੋਂ ਥੋੜੇ ਪ੍ਰਭਾਵਿਤ ਹੁੰਦੇ ਆ। ਉਹਨਾਂ ਨੂੰ ਇਹ ਧੱਕੇ ਨਾਲ ਲਿਜਾਂਦੇ ਆ, ਕਿਉਂਕਿ ਕੋਈ ਕੰਮ ਸਿਆਸੀਆਂ ਤੋਂ ਲੈਣੇ ਹੁੰਦੇ ਆ। ਉਹ ਬੰਦਿਆਂ ਨੇ, ਆਮ ਬੰਦੇ ਨੇ, ਹਰ ਇੱਕ ਬੰਦੇ ਨੂੰ ਕੋਈ ਨਾ ਕੋਈ ਲੋੜ ਹੁੰਦੀ ਆ। ਉਹਦੇ ਕਰਕੇ ਸਾਨੂੰ ਉਮੀਦ ਆ ਵੀ, ਆਸ ਆ ਵੀ ਉਹਦੇ ਨਾਲ ਨੁਕਸਾਨ ਸਾਡਾ ਹੋ ਸਕਦਾ। ਉਹਨਾਂ ਕਰਕੇ ਇਹਨਾਂ ਨੂੰ ਰੋਕਿਆ ਗਿਆ। ਦੱਸੋ ਕਿ ਤੁਸੀਂ ਕਹਿ ਰਹੇ ਹੋ ਕਿ ਕੈਡਰ ਦੇ ਨਾਲ ਕੁਝ ਲੋਕ ਚਲੇ ਜਾਂਦੇ, ਉਹ ਪ੍ਰਭਾਵਿਤ ਹੁੰਦੇ ਆ। ਸਿਆਸੀ ਰੈਲੀਆਂ ਦੇ ਵਿੱਚ ਵੀ ਵੱਡੇ ਇਕੱਠ ਹੋਣ ਲੱਗੇ। ਉਹ ਸਿਆਸੀ ਰੈਲੀਆਂ ਦੇ ਵਿੱਚ ਜਾਣ ਵਾਲੇ ਬੰਦੇ ਕੌਣ ਨੇ? ਤਾਂ ਵਿਰੋਧ ਕਰਨ ਵਾਲੇ ਵੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਜਾਂਦੇ ਆ। ਉਹ ਲੋਕ ਕੌਣ ਨੇ? ਨਹੀਂ, ਉਹ ਤਾਂ ਇਹਨਾਂ ਕੋਲ ਪੱਕਾ ਕੇਡਰ ਤਾਂ ਇਹਨਾਂ ਕੋਲ ਹੈਗਾ ਹੀ ਆ। ਜਿਹੜੀਆਂ ਵੱਡੀਆਂ ਇਹ ਪਾਰਟੀਆਂ ਨੇ 20-25% ਤਾਂ ਇਹਨਾਂ ਕੋਲ ਵੋਟਾਂ ਹੈਗੀਆਂ ਹੀ ਨੇ। 20% ਅਕਾਲੀ ਦਲ ਕੋ, 20 ਕਾਂਗਰਸ ਕੋ, 10-15 20 ਆਪ ਕੋ ਆ। ਤੇ ਇਸ ਤਰ੍ਹਾਂ ਦਾ ਇਹਨਾਂ ਕੋਲ ਪੱਕਾ ਕੇਡਰ ਤਾਂ ਹੈਗਾ ਹੀ ਆ। ਉਹੀ ਉਹ ਜਿਹੜੇ ਕੇਡਰ ਵੋਟ ਤਾਂ ਕਿਸੇ ਨੇ ਪਾਉਣੀ ਆ। ਤਿੰਨੇ ਪਾਰਟੀਆਂ, ਦੋਹਾਂ ਪਾਰਟੀਆਂ ਨੂੰ ਅੱਗੇ ਤਿੰਨਾਂ ਨੂੰ ਵੋਟ ਪਾਉਂਦੀ ਆ। ਉਹੀ ਸਾਡੇ ਕੋਲ ਬੰਦੇ ਵੀ ਹੋ ਜਾਂਦੇ ਆ। ਉਹ ਵੋਟ ਤਾਂ ਸਾਡਾ ਵੀ ਜਿਹੜਾ ਕਿਸਾਨ ਆ ਕਿਸੇ ਨਾ ਕਿਸੇ ਨੂੰ ਪਾਉਂਦਾ ਹੀ ਆ ਨਾ।
ਤੇ ਇਸ ਲਈ ਫਿਰ ਉਹ ਇਹਨਾਂ ਦਾ ਵੀ ਮੂੰਹ ਮਲਾਜਾ ਰੱਖਣਾ ਹੁੰਦਾ। ਉਹਨਾਂ ਨੇ ਬੰਦਿਆਂ ਨੇ ਸਾਡੇ ਕੇਡਰ ਤੋਂ ਬਿਨਾਂ ਜਿਹੜੇ ਆਮ ਸਾਡੇ ਨਾਲ ਲੋਕ ਜਾਂਦੇ ਆ, ਉਹ ਫਿਰ ਇਹਨਾਂ ਦੇ ਮੂੰਹ ਮਲਾਜਾ ਰੱਖਣ ਲਈ ਕੋਈ ਕਿਸੇ ਨੇ ਕੰਮ ਲਿਆ ਹੁੰਦਾ, ਕਿਸੇ ਨੇ ਕੋਈ ਬਦਲੀ ਕਰਵਾਈ ਹੁੰਦੀ ਆ, ਕਿਸੇ ਨੇ ਕੋਈ ਫੋਨ ਕਰਾਇਆ ਹੁੰਦਾ, ਉਹ ਲੋਕ ਫਿਰ ਜਾਣ ਲੱਗ ਜਾਂਦੇ ਨੇ। ਅੰਦੋਲਨ ਦੇ ਵਿੱਚ ਵੱਡੀਆਂ ਕੁਰਬਾਨੀਆਂ ਹੋਈਆਂ ਨੇ ਲਖਵਾਲ ਸਾਹਿਬ। ਥੋੜਾ ਜਿਹਾ ਮੈਂ ਇੱਕ ਪੋਲੀਟੀਕਲ ਸਵਾਲ ਪੁੱਛਣ ਲੱਗਿਆ, ਕਿਉਂਕਿ ਹਰੇਕ ਜਿੰਨੇ ਵੀ ਬੰਦੇ ਨੇ, ਭਾਵੇਂ ਤੁਹਾਡੇ ਕੈਡਰ ਦੇ ਲੋਕ, ਹੁਣ ਤੁਸੀਂ ਆਪ ਹੀ ਜ਼ਿਕਰ ਕੀਤਾ ਕਿ ਵੋਟ ਤਾਂ ਉਹ ਵੀ ਕਿਸੇ ਨਾ ਕਿਸੇ ਪਾਰਟੀ ਨੂੰ ਪਾਉਂਦੇ ਆ, ਕਿਸੇ ਨਾ ਕਿਸੇ ਨਾਲ ਜੁੜੇ ਰਹੇ, ਜਿੱਦਾਂ ਕਿਸਾਨ ਆਗੂ ਵੀ ਕਿਸੇ ਨਾ ਕਿਸੇ ਪਾਰਟੀਆਂ ਨਾਲ ਜੁੜੇ ਰਹੇ ਨੇ, ਜਿੱਦਾਂ ਹੁਣ ਅਕਾਲੀ ਦਲ ਦੇ ਨਾਲ ਬਹੁਤ ਲੰਬੇ ਸਮੇਂ ਤੋਂ ਤੁਸੀਂ ਜੁੜੇ ਰਹੇ, ਤੁਹਾਡਾ ਪਰਿਵਾਰ ਜੁੜਿਆ ਰਿਹਾ, ਪਰ ਹੁਣ ਮੋਹ ਭੰਗ ਹੋਇਆ ਕਿਹਾ ਜਾਵੇ, ਜਾਂ ਫਿਰ ਪੱਕੇ ਤੌਰ ਤੇ ਕਿਸਾਨ ਅੰਦੋਲਨ ਦੇ ਨਾਲ ਜੁੜ ਗਏ, ਇਸ ਕਰਕੇ ਸਿਆਸੀ ਜੋ ਸਿਸਟਮ ਸੀ ਜਾਂ ਜੋ ਸਿਆਸੀ ਗਤੀਵਿਧੀਆਂ ਸੀ ਇੱਕ ਪਾਸੇ ਰੱਖ ਦਿੱਤੀਆਂ? ਨਹੀਂ, ਅਸੀਂ ਲੋਕ ਦਲ ਨਾਲ ਵੀ ਵੋਟਾਂ ਪਾ ਕੇ ਹਰਾਇਆ ਵੀ ਆ, ਅਸੀਂ ਬਾਈਕਾਟ ਵੀ ਕੀਤਾ। ਅਸੀਂ ਪਿਛਲੀ ਵਾਰੀ ਜਿਹੜੀ ਐਮਪੀ ਦੀ ਸੀ ਇਲੈਕਸ਼ਨ, ਉੱਥੇ ਬੀਬੀ ਉਹ ਖੜੀ ਸੀ ਖਾਲੜਾ, ਭਾਵੇਂ ਉੱਥੇ ਅਕਾਲੀ ਦਲ ਦਾ ਖੜਾ ਸੀ, ਅਸੀਂ ਬੀਬੀ ਖਾਲੜਾ ਦੀ ਹਮਾਇਤ ਕੀਤੀ ਆ। ਇਹੋ ਜੀ ਗੱਲ ਨਹੀਂ, ਦੋ ਪਾਰਟੀਆਂ ਲੜਦੀਆਂ ਨੇ, ਉਹਦੇ 'ਚ ਸਾਨੂੰ ਦੇਖਣਾ ਪੈਂਦਾ ਵੀ ਜਿਹੜੀ ਚੰਗੀ ਆ ਦੋਹਾਂ 'ਚ ਉਹਨੂੰ ਵੋਟ ਤਾਂ ਪਾਉਣੀ ਆ, ਵੋਟ ਤਾਂ ਕਿਤੇ ਪਾਉਣੀ ਆ। ਇਸ ਲਈ ਅਸੀਂ ਇਹਨਾਂ ਤੋਂ ਵੋਟਾਂ ਅਸੀਂ ਤਾਂ ਪਾਈਆਂ ਸੀ, ਇਹਨਾਂ ਨਾਲ ਜੁੜੇ ਸੀ, ਅਸੀਂ ਇਹਨਾਂ ਤੋਂ ਬਿਜਲੀ ਦੇ ਬਿੱਲ ਮਾਫ ਕਰਵਾਏ ਸੀ। ਅਸੀਂ ਪਹਿਲਾਂ ਭੱਠਲ, ਬੀਬੀ ਭੱਠਲ ਸੀ, ਉਹਨਾਂ ਵੀ ਗੱਲ ਕੀਤੀ ਸੀ, ਉਹ ਕਹਿੰਦੇ ਸੀ 2 ਕਿੱਲੇ ਵਾਲੇ ਕਰ ਦੂੰ, 5 ਕਿੱਲੇ ਵਾਲੇ ਕਰ ਦੂੰ। ਇਹਨਾਂ ਨੇ ਫਿਰ ਬਾਦਲ ਨਾਲ ਮੀਟਿੰਗ ਕੀਤੀ, ਇਹ ਕਹਿੰਦਾ ਮੈਂ ਸਾਰਿਆਂ ਦਾ ਹੀ ਕਰ ਦਿੰਦਾ। ਅਸੀਂ ਇਹਨਾਂ ਨੂੰ ਤਕੜੇ ਹੋ ਕੇ ਸਰਕਾਰ ਬਣਾਈ ਤੇ ਅਸੀਂ ਇਹਨਾਂ ਦੇ ਸਪੋਰਟਰ ਰਹੇ ਹਾਂ। ਹੁਣ ਅਸੀਂ ਕੋਈ ਵੱਜੇ ਨਹੀਂ ਕਿਸੇ ਨਾਲ, ਸਾਡੀ ਆਜ਼ਾਦ ਪਾਰਟੀ ਆ, ਸਾਡਾ ਆਪ ਦਾ ਸੰਵਿਧਾਨ ਆ, ਤੇ ਅਸੀਂ ਮੌਕੇ ਤੇ ਜਾ ਕੇ ਫੈਸਲਾ ਲੈਂਦੇ ਆ, ਬਕਾਇਦਾ ਜ਼ਿਲ੍ਹਿਆਂ ਨੂੰ ਸੱਦਾਂਗੇ। ਹੁਣ ਵੀ ਜਦ ਇਲੈਕਸ਼ਨ ਹੋਈ, ਜੇ ਤਾਂ ਸੰਯੁਕਤ ਮੋਰਚਾ ਕੋਈ ਹੁਕਮ ਕਰੂਗਾ ਤਾਂ ਸੰਯੁਕਤ ਮੋਰਚੇ ਦੇ ਮਗਰ ਅਸੀਂ ਵੱਜੇ ਹੋਏ ਆ। ਸੰਯੁਕਤ ਮੋਰਚੇ ਨਾਲ ਪਹਿਲੀ ਹੈਗੀ ਸੰਯੁਕਤ ਮੋਰਚਾ ਕੋਈ ਪਾਰਟੀ ਖੜੀ ਕਰਦਾ ਨਹੀਂ, ਜਿਹਨੂੰ ਵੀ ਕਹਿੰਦਾ, ਜੇ ਜਿਹਨੂੰ ਵੀ ਕੋਈ ਕਹਿੰਦਾ ਮਦਦ ਕਰਨੀ ਆ, ਵੀ ਵੋਟ ਪਾਉਣੀ ਆ, ਜੇ ਖੁੱਲਾ ਛੱਡਣਾ ਵੀ ਕਿਸੇ ਨੂੰ ਮਰਜ਼ੀ ਪਾ ਦਿਓ ਕੋਈ, ਫਿਰ ਅਸੀਂ ਸੰਯੁਕਤ ਮੋਰਚੇ ਦੇ ਕਹੇ ਤੇ ਹੀ ਚੱਲਾਂਗੇ। ਤੇ ਨਹੀਂ ਤਾਂ ਫਿਰ ਅਸੀਂ ਕਿਸੇ ਦੀ ਮਦਦ ਫੈਸਲਾ ਲੈ ਕੇ ਜ਼ਿਲ੍ਹਿਆਂ ਦੀ ਮੀਟਿੰਗ ਅਸੀਂ ਸਾਦੇ ਹੁੰਦੇ ਆ, ਬਕਾਇਦਾ ਜ਼ਿਲ੍ਹਿਆਂ ਦੀ ਮੀਟਿੰਗ ਸੱਦਾਂਗੇ। ਤੇ ਫਿਰ ਸਿਆਸੀ ਪਾਰਟੀਆਂ ਨੂੰ ਜਿਵੇਂ ਅਸੀਂ ਅੱਜ ਸੱਦਿਆ, ਇਸ ਤਰ੍ਹਾਂ ਅਸੀਂ ਆਪਦੇ ਦਫ਼ਤਰ 'ਚ ਵੀ ਸਾਦੇ ਹੁੰਦੇ ਆ। ਤੁਹਾਡੀ ਯੂਨੀਅਨ ਵੱਲੋਂ, ਸਾਡੀ ਯੂਨੀਅਨ ਵੱਲੋਂ ਵੀ ਅਸੀਂ ਹਰੇਕ ਵਾਰੀ ਜਿੰਨੇ ਉਹਦੀ ਵੀ ਇਲੈਕਸ਼ਨ ਹੋਈ ਆ, ਅਸੀਂ ਸਿਆਸੀ ਪਾਰਟੀਆਂ ਨੂੰ ਵਾਰੀ-ਵਾਰੀ ਸਾਦੇ ਵੀ ਤੁਸੀਂ ਸਾਨੂੰ ਕੀ ਦਿਓਗੇ। ਅਸੀਂ ਕੈਪਟਨ ਸਾਹਿਬ ਨੂੰ ਵੀ ਸੱਦਿਆ ਸੀ ਵੀ ਤੁਸੀਂ ਕਰਜ਼ੇ ਮਾਫ ਕਰੋ ਉਦੋਂ ਪਹਿਲਾਂ, ਤੇ ਬਿਜਲੀ ਦੇ ਬਿੱਲਾਂ ਤੇ ਵੀ ਸੱਦਿਆ ਸੀ। ਉਦੋਂ ਪਹਿਲਾਂ ਕੈਪਟਨ ਸਾਹਿਬ ਕਹਿੰਦੇ ਸੀ ਨਹੀਂ ਕਰਜ਼ੇ ਇੰਨੇ ਨਹੀਂ ਹੋ ਸਕਦੇ, ਫਿਰ ਉਹ ਮੰਨ ਗਏ ਸੀਗੇ। ਤੇ ਇਸ ਲਈ ਅਸੀਂ ਉਹਨਾਂ ਨੂੰ ਵੀ ਸੱਦਾਂਗੇ ਵੀ ਸਾਡੀਆਂ ਮੰਗਾਂ ਨੇ, ਤੁਸੀਂ ਸਾਨੂੰ ਦੱਸੋ ਵੀ ਸਿਆਸੀ ਪਾਰਟੀਆਂ ਕੀ ਦਿਓਗੇ, ਤੇ ਫਿਰ ਉਹਦੇ ਹਿਸਾਬ ਨਾਲ ਅਸੀਂ ਵੋਟਾਂ ਦਾ ਫੈਸਲਾ ਵੋਟਾਂ ਦੇ ਨੇੜੇ ਜਾ ਕੇ ਲਵਾਂਗੇ। ਮਤਲਬ ਜੇ ਸੰਯੁਕਤ ਮੋਰਚਾ ਕੋਈ ਫੈਸਲਾ ਲੈਂਦਾ, ਨਹੀਂ ਤਾਂ ਫਿਰ ਤੁਹਾਡੀ ਯੂਨੀਅਨ ਇਹ ਇਕੱਲੇ ਤੌਰ ਤੇ ਫੈਸਲਾ ਲਏਗੀ? ਫਿਰ ਨਹੀਂ ਤਾਂ ਫਿਰ ਸਾਰੀਆਂ ਨੂੰ ਅਧਿਕਾਰ ਆਪਦੇ ਤੌਰ ਤੇ। ਇਹ ਹੋ ਸਕਦਾ ਵੀ ਅਸੀਂ ਇਹ ਵੀ ਕਹਿ ਸਕਦੇ ਹਾਂ ਵੀ ਜਿਹਨੂੰ ਮਰਜ਼ੀ ਵੋਟ ਪਾ ਦਿਓ, ਲੋਕਾਂ ਦੀ ਮਰਜ਼ੀ ਆ, ਕੋਈ ਫੈਸਲਾ ਹੀ ਨਾ ਲਈਏ। ਨਿੱਜੀ ਤੌਰ ਤੇ ਮਤਲਬ ਤੁਹਾਡੀ ਯੂਨੀਅਨ ਵੱਲੋਂ ਅਲੱਗ ਤੋਂ ਰਹੇਗਾ ਫਿਰ ਇਹ ਤਾਂ? ਹਾਂ, ਜੇ ਸੰਯੁਕਤ ਮੋਰਚਾ ਇਕੱਠਾ ਲਊ ਤਾਂ ਸੰਯੁਕਤ ਮੋਰਚੇ ਨਾਲ ਰਹੂਗਾ, ਨਹੀਂ ਤਾਂ ਫਿਰ ਅਸੀਂ ਕਿਸੇ ਦੇ ਕਹਿ ਸਕਦੇ ਹਾਂ ਖੁੱਲਾ ਵੀ ਛੱਡ ਸਕਦੇ ਹਾਂ, ਜਾਂ ਕਿਸੇ ਦੇ ਹੱਕ 'ਚ ਫੈਸਲਾ ਵੀ ਲਿਆ ਜਾ ਸਕਦਾ। ਪਹਿਲਾਂ ਸੰਯੁਕਤ ਮੋਰਚੇ ਤੇ ਹੈ, ਸੰਯੁਕਤ ਮੋਰਚਾ ਫੈਸਲਾ ਲੈਂਦਾ ਤਾਂ ਠੀਕ ਹੈ। ਹਰਿੰਦਰ ਸਿੰਘ ਲੱਖੋਵਾਲ ਕਿਸਾਨ ਆਗੂ ਸਾਡੇ ਨਾਲ ਮੌਜੂਦ ਸਨ। ਵੱਡੀ ਗੱਲ ਕਹੀ ਹੈ ਹਰਿੰਦਰ ਸਿੰਘ ਲੱਖੋਵਾਲ ਹੋਣਾ ਨੇ ਕਿ 2022 ਦੇ ਇਲੈਕਸ਼ਨ ਦੇ ਵਿੱਚ ਪਹਿਲਾਂ ਤਾਂ ਗੱਲ ਕੀਤੀ ਜਾਏਗੀ ਸੰਯੁਕਤ ਕਿਸਾਨ ਮੋਰਚੇ ਦੇ ਨਾਲ, ਜੇ ਮੋਰਚੇ ਦੇ ਆਗੂ ਜਾਂ ਸੰਯੁਕਤ ਮੋਰਚਾ ਕੋਈ ਫੈਸਲਾ ਲੈਂਦਾ ਕਿ ਕਿਹਦੀ ਮਦਦ ਕਰਨੀ ਹੈ ਜਾਂ ਕਿਹਦਾ ਵਿਰੋਧ ਕਰਨਾ, ਹਾਲਾਂਕਿ ਬੀਜੇਪੀ ਦਾ ਤਾਂ ਵਿਰੋਧ ਕੀਤਾ ਜਾ ਰਿਹਾ ਤਾਂ ਠੀਕ ਹੈ, ਨਹੀਂ ਤਾਂ ਫਿਰ ਅਸੀਂ ਆਪਣੀ ਯੂਨੀਅਨ ਵੱਲੋਂ, ਯਾਨੀ ਕਿ ਇਹਨਾਂ ਦੀ ਯੂਨੀਅਨ ਹੈ ਜੋ, ਉਹਨਾਂ ਵੱਲੋਂ ਵੀ ਫਿਰ ਇਹ ਸੱਦਿਆ ਜਾਏਗਾ, ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਸੱਦਿਆ ਜਾਏਗਾ, ਜ਼ਿਲ੍ਹਿਆਂ ਦੀ ਵੀ ਮੀਟਿੰਗ ਕਰਨਗੇ ਇਲੈਕਸ਼ਨ ਦੇ ਨਜ਼ਦੀਕ ਜਾ ਕੇ ਇਹ, ਔਰ ਫਿਰ ਫੈਸਲਾ ਲਿਆ ਜਾਏਗਾ ਕਿ ਜਿਹੜੀ ਪਾਰਟੀ ਲੱਗਦਾ ਹੋਇਆ ਕਿ ਪੰਜਾਬ ਦੇ ਭਲੇ ਲਈ ਕੰਮ ਕਰਦੀ ਨਜ਼ਰ ਆਏਗੀ ਉਸ ਨੂੰ ਮਦਦ ਵੀ ਕੀਤੀ ਜਾਏਗੀ। ਕੈਮਰਾ ਪਰਸਨ ਸ਼ਮਸ਼ੇਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ ਟੀਵੀ, ਚੰਡੀਗੜ੍ਹ।